वीडियो लैसन देख रहे सारे विद्यार्थियों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਵੀਡੀਓ 8ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਹਦੇ ਵਿੱਚ ਅਸੀਂ ਅੱਜ ਚਤੁਰਭੁਜਾਵਾਂ ਨੂੰ ਸਮਝਣਾ ਜਿਹੜਾ ਸਾਡੇ ਕੋਲ ਅਧਿਆਇ ਹੈ ਉਹਦੀ ਅਸੀਂ ਅਭਿਆਸ 3.3 ਦੇ ਸਵਾਲ ਜਿਹੜੇ ਕਰਾਂਗੇ। ਪਰ ਉਹ ਕਰਨ ਤੋਂ ਪਹਿਲਾਂ ਸਭ ਤੋਂ ਅਸੀਂ ਸਮਾਨ ਅੰਤਰ ਚਤੁਰਭੁਜ ਸਾਡੇ ਕੋਲ ਜਿਹੜੀ ਪੈਰਲਲੋਗ੍ਰਾਮ ਹੁੰਦੀ ਹੈ ਕੁਆਡਰੀਲੇਟਰਲ ਪੈਰਲਲੋਗ੍ਰਾਮ ਉਹਦੇ ਬਾਰੇ ਆਪਾਂ ਜਾਣਾਂਗੇ। ਠੀਕ ਹੈ, ਸਮਾਨ ਅੰਤਰ ਚਤੁਰਭੁਜ ਦੇ ਕੀ ਹਿੱਸੇ ਹੁੰਦੇ ਨੇ, ਉਹਦੇ ਕੀ ਸਾਡੇ ਕੋਲ ਉਹਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਉਹ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ। ਉਸ ਤੋਂ ਬਾਅਦ ਫਿਰ ਆਪਾਂ ਅਭਿਆਸ ਦੇ ਕੁਐਸਚਨ ਕਰਾਂਗੇ। ਠੀਕ ਹੈ, तो आओ देखते हैं। सब तो पहला जिवें तुसी देख सकते हो स्क्रीन दे उत्ते ये साडे कोल एक चतुर्भुज है। जिन्हों मैं कह सकदा कि समान अंतर चतुर्भुज है। ठीक है, समान अंतर जिहड़ा नाम है अपने आप तो ही समझ आंदा है। समान अंतर साडे कोल रेखावां ਉਹ ਹੁੰਦੀਆਂ जिन्हां दे विचली दूरी है ਜਿਹੜੀ ਉਹ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ, ਉਹ ਆਪਸ ਦੇ ਵਿੱਚ ਕਦੇ ਵੀ ਕੱਟਦੀਆਂ ਨਹੀਂ। ਜਿੱਦਾਂ ਤੁਸੀਂ ਇਹੀ ਆ ਪੇਜ ਦੇ ਉੱਤੇ ਲਾਈਨਸ ਦੇਖ ਸਕਦੇ ਹੋ ਨਾ, ਇਹ ਰੈੱਡ ਲਾਈਨ ਹੈ, ਇਹ ਵਾਲੀਆਂ ਰੈੱਡ ਲਾਈਨਸ ਨੇ, ਇਹ ਸਮਾਨ ਅੰਤਰ ਰੇਖਾਵਾਂ ਨੇ, ਇੱਕ ਦੂਸਰੇ ਨੂੰ ਕਿਤੇ ਵੀ ਕੱਟ ਨਹੀਂ ਰਹੀਆਂ, ਲਗਾਤਾਰ ਜਿਹੜੀਆਂ ਪੈਰਲਲ ਉਹ ਚੱਲਦੀਆਂ ਪਈਆਂ। ਤੋ ਜਿਸ ਵੀ ਚਤੁਰਭੁਜ ਦੇ ਵਿੱਚ ਆਮੋ ਸਾਹਮਣੇ ਦੀਆਂ ਭੁਜਾਵਾਂ ਜਿਹੜੀਆਂ ਉਹ ਸਮਾਨ ਅੰਤਰ ਹੋਣ ਉਹਨਾਂ ਨੂੰ ਅਸੀਂ ਸਮਾਨ ਅੰਤਰ ਚਤੁਰਭੁਜਾਵਾਂ ਕਹਿੰਦੇ ਹਾਂ। ਜਿੱਦਾਂ ਕਿ ਹੁਣ ਇਹ ਜਿਹੜੀ ਚਤੁਰਭੁਜ ਦਿੱਤੀ ਹੋਈ ਇਹਦਾ ਨਾਮ ਮੈਂ ਰੱਖ ਲੈਣਾ ABCD। ठीक है, तो ਇਹਦੇ ਚ ਜਿਹੜੀ AD ਭੁਜਾ ਹੈ ਉਹ BC ਦੇ ਸਮਾਨ ਅੰਤਰ ਹੈ, ਇਹ ਕਿਤੇ ਕੱਟਣਗੀਆਂ ਨਹੀਂ ਜੇ ਅਸੀਂ ਇਹਨਾਂ ਨੂੰ ਵਧਾਵਾਂਗੇ ਵੀ। ਠੀਕ ਹੈ, तो ਸਮਾਨ ਅੰਤਰ ਭੁਜਾ ਦੀ ਜਿਹੜੀ ਨਿਸ਼ਾਨੀ ਹੈ ਉਹਨੂੰ ਅਸੀਂ ਐਵੇਂ ਮਾਰਦੇ, ਇੱਕ ਐਰੋ ਅਸੀਂ ਇੱਥੇ ਲਗਾ ਲਾਂਗੇ ਔਰ ਇੱਕ ਐਰੋ ਜਿਹੜਾ ਇੱਥੇ ਲਗਾ ਲਾਂਗੇ। ਇਹਦਾ ਮਤਲਬ ਹੈ ਕਿ ਜਿਹੜੀ AD ਭੁਜਾ ਹੈ ਜਾਂ DA ਭੁਜਾ ਹੈ CB ਭੁਜਾ ਦੇ ਸਮਾਨ ਅੰਤਰ ਜਾ ਰਹੀ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਜਿਹੜੀ AB ਤੇ DC ਭੁਜਾ ਹੈ ਇਹ ਵੀ ਦੋਨੋਂ ਆਪਸ ਦੇ ਵਿੱਚ ਸਮਾਨ ਅੰਤਰ ਨੇ। ਠੀਕ ਹੈ, ਇਹਦੇ ਤੇ ਵੀ ਇਸੇ ਢੰਗ ਦਾ ਨਿਸ਼ਾਨ, ਪਰ ਇੱਥੇ ਦੋ ਨਿਸ਼ਾਨ ਜਿਹੜੇ ਆਪਾਂ ਲਗਾ ਲਾਂਗੇ। ਇਹ ਜਿਹੜੇ ਦੋ ਤੀਰ ਦੇ ਨਿਸ਼ਾਨ ਲਗਾਏ ਨੇ, ਇਹਦਾ ਭਾਵ ਹੈ ਕਿ ਜਿਹੜੀਆਂ ਸਾਈਡਾਂ ਦੇ ਉੱਤੇ ਭੁਜਾਵਾਂ ਦੇ ਉੱਤੇ ਦੋ ਨਿਸ਼ਾਨ ਲੱਗੇ ਹੋਏ ਨੇ ਉਹ ਆਪਸ ਦੇ ਵਿੱਚ ਸਮਾਨ ਅੰਤਰ ਨੇ, ਔਰ ਜਿਨ੍ਹਾਂ ਤੇ ਇੱਕ ਨਿਸ਼ਾਨ ਲੱਗਿਆ ਹੋਇਆ ਉਹ ਆਪਸ ਦੇ ਵਿੱਚ ਸਮਾਨ ਅੰਤਰ ਨੇ। ਠੀਕ ਹੈ, तो सब तो पहली चीज ਤਾਂ ਸਾਡੇ ਕੋਲ ਸਮਾਨ ਅੰਤਰ ਚਤੁਰਭੁਜਾਵਾਂ ਦੇ ਵਿੱਚ ਇਹੀ ਹੁੰਦੀ ਹੈ ਕਿ ਇਹਨਾਂ ਦੀਆਂ ਆਮੋ ਸਾਹਮਣੇ ਵਾਲੀਆਂ ਭੁਜਾਵਾਂ ਜਿਹੜੀਆਂ ਨੇ ਉਹ ਸਮਾਨ ਅੰਤਰ ਹੁੰਦੀਆਂ ਨੇ। ਠੀਕ ਹੈ, तो ਇਹਦੇ ਵਿੱਚ ਪਹਿਲਾ ਪੁਆਇੰਟ ਆਪਾਂ ਇੱਥੇ ਲਿਖ ਲਾਂਗੇ, ਸਮਾਨ ਅੰਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਸਮਾਨ ਅੰਤਰ ਹੁੰਦੀਆਂ ਹਨ। समान अंतर चतुर्भुज दियां सन्मुख भुजावां समान अंतर हुंदियां हन। ठीक है, जिद्दां हुण इहदे विच ही आपां लिख सकदे हां कि जिहड़ी DA भुजा है साडे कोल ओह समान अंतर है CB दे। ठीक है, और जिहड़ी AB भुजा है ਉਹ ਸਮਾਨ ਅੰਤਰ ਹੈ DC ਦੇ। ਠੀਕ ਹੈ, ਇਹ ਸਾਡੇ ਕੋਲ ਪਹਿਲੀ ਚੀਜ਼ ਹੋ ਜਾਂਦੀ ਹੈ। ਇਸ ਤੋਂ ਬਾਅਦ ਦੂਸਰਾ ਪੁਆਇੰਟ ਆਪਾਂ ਇਹ ਲਿਖ ਸਕਦੇ ਹਾਂ, ਸਮਾਨ ਅੰਤਰ ਚਤੁਰਭੁਜ ਦੀਆਂ ਜਿਹੜੀਆਂ ਸਨਮੁਖ ਭੁਜਾਵਾਂ ਆ ਉਹਨਾਂ ਦੀ ਲੰਬਾਈ ਵੀ ਇੱਕ ਦੂਜੇ ਦੇ ਸਮਾਨ ਹੁੰਦੀ ਹੈ। ਠੀਕ ਹੈ, ਲੰਬਾਈ ਸਮਾਨ ਦੇ ਲਈ ਅਸੀਂ ਇਸ ਤਰ੍ਹਾਂ ਇੱਕ ਕੱਟ ਲਗਾ ਰਹੇ ਨੇ ਇੱਥੇ, ਇਸ ਤਰ੍ਹਾਂ ਇੱਥੇ। ਠੀਕ ਹੈ, ਇਹਦਾ ਮਤਲਬ ਹੈ ਕਿ AD ਭੁਜਾ ਜਿਹੜੀ ਉਹ BC ਭੁਜਾ ਦੇ ਸਮਾਨ ਹੈ, और इसी ढंग दे नाल इत्थे असीं दो कट लगा दिंदे हां। इहदा मतलब है कि दो कट जिन्हां भुजावां ते लगे होए ने ये आपस दे विच इन्हां दी लंबाई जिहड़ी आ ओह समान है। सो असीं इत्थे लिख सकदे हां कि समान अंतर चतुर्भुज दियां सन्मुख भुजावां दी लंबाई भी समान हुंदी है। ठीक है, समान अंतर चतुर्भुज दियां सन्मुख भुजावां दी लंबाई समान हुंदी है। ठीक है, मतलब असी लिख सकते हैं कि AB बराबर DC अते AD बराबर BC। ठीक है, आमो सामने वालियां जिहड़ियां भुजावां ने वो समान अंतर चतुर्भुज दे विच इक्को ही लंबाई दियां हुंदियां। ठीक है, इस तो बाद तीसरा पॉइंट आपां इहदे विच गल करदे हां, समान अंतर चतुर्भुज ਦੇ ਵਿੱਚ ਜਿਹੜੇ ਸਾਡੇ ਕੋਲ ਆਮੋ ਸਾਹਮਣੇ ਵਾਲੇ ਕੋਣ ਹੁੰਦੇ ਆ, ਸਨਮੁਖ ਕੋਣ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਪੋਜ਼ਿਟ ਐਂਗਲਸ, ਉਹ ਵੀ ਸਾਡੇ ਕੋਲ ਇੱਕ ਸਮਾਨ ਹੁੰਦੇ ਆ। ਜਿਵੇਂ ਜਿਹੜਾ ਇਹ A ਕੋਣ ਹੈ ਸਾਡੇ ਕੋਲ
ਉਹ ਕੋਣ C ਦੇ ਸਮਾਨ ਹੋਏਗਾ, मतलब जो माप कोण A ਦਾ ਹੋਏਗਾ ਉਹੀ ਮਾਪ ਕੋਣ C ਦਾ ਹੋਏਗਾ। ਇਸੇ ਢੰਗ ਦੇ ਨਾਲ ਜਿਹੜਾ ਸਾਡੇ ਕੋਲ ਕੋਣ D ਹੈ ਇਹਦਾ ਮਾਪ ਸਾਡੇ ਕੋਲ ਕੋਣ B ਦੇ ਬਰਾਬਰ ਹੋਏਗਾ। B ਤੇ D ਜਿਹੜੇ ਦੋਨੋਂ ਆਪਸ ਦੇ ਵਿੱਚ ਬਰਾਬਰ ਹੋਣਗੇ। ਤਾਂ ਤੁਸੀਂ ਇੱਥੇ ਲਿਖ ਲੈਣਾ, ਆਪਣੇ ਆਪ ਲਿਖ ਸਕਦੇ ਹੋ, ਮੈਂ ਬੋਲ ਦੇਣਾ ਕਿ ਸਮਾਨ ਅੰਤਰ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਮਾਪ ਵੀ ਇੱਕ ਸਮਾਨ ਹੁੰਦਾ ਹੈ। ਭਾਵ ਕਿ ਕੋਣ A ਜਿਹੜਾ ਹੈ ਇਹ ਸਾਡੇ ਕੋਲ ਕੋਣ C ਦੇ ਬਰਾਬਰ ਹੋਏਗਾ ਅਤੇ ਕੋਣ B ਜਿਹੜਾ ਹੈ ਇਹ ਸਾਡੇ ਕੋਲ ਕੋਣ D ਦੇ ਬਰਾਬਰ ਹੋਏਗਾ। ਠੀਕ ਹੈ, ਇਹ ਸਾਡੇ ਕੋਲ ਤੀਜਾ ਪੁਆਇੰਟ ਹੋ ਗਿਆ। ਇਸ ਤੋਂ ਬਾਅਦ ਚੌਥਾ ਸਾਡੇ ਕੋਲ ਪੁਆਇੰਟ ਇਹਦੇ ਚ ਹੁੰਦਾ ਹੈ ਕਿ ਸਮਾਨ ਅੰਤਰ ਚਤੁਰਭੁਜ ਦੇ ਵਿੱਚ ਜਿਹੜੇ ਵਿਕਰਨ ਹੁੰਦੇ ਆ ਉਹ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਆ, ਇੱਕ ਦੂਜੇ ਨੂੰ ਬਰਾਬਰ ਦੋ ਹਿੱਸਿਆਂ ਦੇ ਵਿੱਚ ਵੰਡਦੇ ਆ। ਅਗਰ ਇੱਥੇ B ਤੋਂ D ਤੱਕ ਇੱਕ ਵਿਕਰਨ ਖਿੱਚਿਆ ਜਾਵੇ, ਇਸ ਤੋਂ ਬਾਅਦ A ਤੋਂ C ਤੱਕ ਇੱਕ ਵਿਕਰਨ ਖਿੱਚਿਆ ਜਾਵੇ, ਜੇਕਰ ਇਹ ਦੋਨੋਂ ਬਿੰਦੂ O ਤੇ ਆਪਸ ਦੇ ਵਿੱਚ ਕੱਟਦੇ ਆ, ਠੀਕ ਹੈ, तो O ਜਿਹੜਾ ਹੈ ਉਹ AC ਦਾ ਵੀ ਮੱਧ ਬਿੰਦੂ ਹੋਏਗਾ ਤੇ BD ਦਾ ਵੀ ਮੱਧ ਬਿੰਦੂ ਹੋਏਗਾ। तो ਅਸੀਂ ਇੱਥੇ ਲਿਖ ਸਕਦੇ ਹਾਂ ਕਿ ਸਮਾਨ ਅੰਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਹਨ। ਇੱਕ ਦੂਜੇ ਨੂੰ ਸਮਦੁਭਾਜ ਕਰਦੇ ਹਨ। ਭਾਵ ਕਿ AC ਤੇ BD ਅਗਰ O ਤੇ ਮਿਲਦੇ ਹੈ ਤਾਂ AO ਜਿਹੜਾ ਹੈ ਇਹ OC ਦੇ ਬਰਾਬਰ ਹੋਏਗਾ ਤੇ BO ਜੋ ਹੈ ਸਾਡੇ ਕੋਲ ਲਾਈਨ ਸੈਗਮੈਂਟ ਰੇਖਾਖੰਡ ਉਹ OD ਦੇ ਬਰਾਬਰ ਹੋਏਗਾ। ਠੀਕ ਹੈ ਜੀ। तो ਅਸੀਂ ਕੀ ਚੀਜ਼ਾਂ ਕੀਤੀਆਂ ਨੇ ਹੁਣ ਤੱਕ? ਸਮਾਨ ਅੰਤਰ ਚਤੁਰਭੁਜ ਦੇ ਵਿੱਚ ਸਨਮੁਖ ਭੁਜਾਵਾਂ ਜਿਹੜੀਆਂ ਇੱਕ ਦੂਜੇ ਦੇ ਸਮਾਨ ਅੰਤਰ ਹੁੰਦੀਆਂ ਹੈ, ਸਨਮੁਖ ਭੁਜਾਵਾਂ ਦੀ ਲੰਬਾਈ ਬਰਾਬਰ ਹੁੰਦੀ ਹੈ, ਸਨਮੁਖ ਜਿਹੜੇ ਕੋਣ ਨੇ ਉਹ ਬਰਾਬਰ ਹੁੰਦੇ ਨੇ ਔਰ ਇਹਦੇ ਜਿਹੜੇ ਵਿਕਰਨ ਨੇ ਉਹ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਨੇ। ਇਸ ਤੋਂ ਬਾਅਦ ਇੱਕ ਪੁਆਇੰਟ ਅਸੀਂ ਇਹਦੇ 'ਚ ਇਹ ਕਰਾਂਗੇ ਕਿ ਇਹਦੇ 'ਚ ਜਿਹੜੇ ਲਾਗਵੇਂ ਕੋਣਾਂ ਦਾ ਕੋਈ ਵੀ ਅਸੀਂ ਜੋੜਾ ਲੈ ਲਈਏ, ਜਿਵੇਂ ਕੋਣ A ਤੇ ਕੋਣ B ਜਾਂ ਕੋਣ B ਤੇ ਕੋਣ C ਜਾਂ ਕੋਣ C ਤੇ ਕੋਣ D ਜਾਂ D ਤੇ A, ਇਹ ਕਿਸੇ ਵੀ ਜੋੜਾ ਕੋਈ ਵੀ ਅਸੀਂ ਲੈ ਲਈਏ ਤਾਂ ਉਹਨਾਂ ਦੋਨੋਂ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਹਮੇਸ਼ਾ 180 ਡਿਗਰੀ ਹੁੰਦਾ ਹੈ। ਠੀਕ ਹੈ, ਸਮਾਨ ਅੰਤਰ ਚਤੁਰਭੁਜ ਦੇ ਲਾਗਵੇਂ ਕੋਣ ਸੰਪੂਰਕ ਹੁੰਦੇ ਹਨ। ਆਪਾਂ ਲਿਖ ਲਾਂਗੇ ਅੱਗੇ। ਸਮਾਨ ਅੰਤਰ ਚਤੁਰਭੁਜ ਦੇ ਲਾਗਵੇਂ ਕੋਣ ਸੰਪੂਰਕ ਹੁੰਦੇ ਹਨ। ਠੀਕ ਹੈ, ਸੰਪੂਰਕ ਦਾ ਭਾਵ ਕੀ ਹੈ ਕਿ ਸਾਡੇ ਕੋਲ ਕੋਣ A ਜਮਾ ਕੋਣ B ਇਹ ਹਮੇਸ਼ਾ 180 ਡਿਗਰੀ ਹੋਏਗਾ। ਇਸੇ ਤਰ੍ਹਾਂ ਕੋਣ B ਦੇ ਵਿੱਚ ਅਗਰ ਅਸੀਂ ਕੋਣ C ਜੋੜਾਂਗੇ ਤਾਂ ਉਹ ਵੀ ਸਾਡੇ ਕੋਲ 180 ਡਿਗਰੀ ਬਣ ਜਾਏਗਾ। ਕੋਣ C ਦੇ ਵਿੱਚ ਜੇਕਰ ਅਸੀਂ ਕੋਣ D ਜੋੜਦੇ ਹਾਂ ਤਾਂ ਉਹ 180 ਡਿਗਰੀ ਬਣੇਗਾ। ਇਸੇ ਢੰਗ ਦੇ ਨਾਲ ਜੇਕਰ ਕੋਣ D ਤੇ ਕੋਣ A ਦਾ ਜੋੜ ਅਸੀਂ ਦੇਖਾਂਗੇ ਉਹ ਵੀ ਸਮਾਨ ਅੰਤਰ ਚਤੁਰਭੁਜ ਦੇ ਵਿੱਚ ਪੈਰਲਲੋਗ੍ਰਾਮ ਦੇ ਵਿੱਚ ਹਮੇਸ਼ਾ 180 ਡਿਗਰੀ ਹੀ ਬਣਦਾ ਹੈ। ਠੀਕ ਹੈ, ਤਾਂ ਹੁਣ ਆਪਾਂ ਇਸੇ ਚੀਜ਼ਾਂ ਦੇ ਉੱਤੇ ਬੇਸਡ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਬੇਸਡ ਅਭਿਆਸ 3.3 ਦੇ ਅਸੀਂ ਸਵਾਲ ਜਿਹੜੇ ਆ ਉਹ ਕਰਾਂਗੇ। ਠੀਕ ਹੈ, ਇਹਦੇ 'ਚ ਇਹ ਵੀ ਤੁਸੀਂ ਉਦਾਹਰਨ ਦੇਖ ਸਕਦੇ ਹੋ, ਸਾਡੇ ਕੋਲ ਵਰਗ ਹੈ, ਵਰਗ ਵੀ ਸਾਡੇ ਕੋਲ ਇੱਕ ਸਮਾਨ ਅੰਤਰ ਚਤੁਰਭੁਜ ਹੀ ਹੁੰਦਾ ਹੈ ਕਿਉਂਕਿ ਇਹਦੇ ਸਾਰੀਆਂ ਕੰਡੀਸ਼ਨ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਸਮਾਨ ਅੰਤਰ ਚਤੁਰਭੁਜ ਵਾਲੀਆਂ ਉਹ ਹੁੰਦੀਆਂ ਨੇ। ਆਮੋ ਸਾਹਮਣੇ ਵਾਲੇ ਕੋਣ ਬਰਾਬਰ ਹੈ, ਆਮੋ ਸਾਹਮਣੇ ਵਾਲੀਆਂ ਭੁਜਾਵਾਂ ਸਮਾਨ ਅੰਤਰ ਵੀ ਹੈ, ਸਮਾਨ ਵੀ ਹੈ, ਵਿਕਰਨ ਇੱਕ ਦੂਜੇ ਨੂੰ ਸਮਦੁਭਾਜ ਕਰਦੇ ਨੇ। ਠੀਕ ਹੈ, ਲਾਗਵੇਂ ਕੋਣਾਂ ਦਾ ਜੋੜ 90 90 180 ਡਿਗਰੀ ਹੁੰਦਾ। ਇਹੀ ਸਾਰੀਆਂ ਚੀਜ਼ਾਂ ਆਪਾਂ ਆਇਤ ਦੇ ਵਿੱਚ ਵੀ ਕਰਦੇ ਹਾਂ। ਆਇਤ ਵੀ ਸਾਡੇ ਕੋਲ ਇੱਕ ਸਮਾਨ ਅੰਤਰ ਚਤੁਰਭੁਜ ਹੀ ਹੁੰਦੀ ਹੈ, ਵਰਗ ਵੀ ਸਾਡੇ ਕੋਲ ਇੱਕ ਸਮਾਨ ਅੰਤਰ ਚਤੁਰਭੁਜ ਹੀ ਹੁੰਦੀ ਹੈ। ਠੀਕ ਹੈ, तो ਅਭਿਆਸ 3.3 ਦੇ ਸਵਾਲ ਅਸੀਂ ਦੇਖਦੇ ਹਾਂ। तो ਜਿਵੇਂ ਅਭਿਆਸ 3.3 ਦੇ ਸਵਾਲ ਤੁਸੀਂ ਦੇਖ ਰਹੇ ਹੋ, ਸਾਡੇ ਕੋਲ ਪਹਿਲਾ ਸਵਾਲ ਹੈ ਕਿ ABCD ਇੱਕ ਸਮਾਨ ਅੰਤਰ ਚਤੁਰਭੁਜ ਹੈ। ਹਰੇਕ ਕਥਨ ਦੀ ਪਰਿਭਾਸ਼ਾ ਦਾ ਪ੍ਰਯੋਗ ਕੀਤੇ ਗਏ ਗੁਣ ਦੁਆਰਾ ਪੂਰਾ ਕਰੋ।
ਹੁਣ ਇਹਦੇ ਵਿੱਚ ਸਾਡੇ ਕੋਲ ਇਹ ਸਵਾਲ ਹੈ, ਸਵਾਲ ਦੇ ਵਿੱਚ ਡਾਇਗਰਾਮ ਜਿਹੜੀ ਅਸੀਂ ਸਭ ਤੋਂ ਪਹਿਲਾਂ ਜਿਹੜੀ ਇੱਕ ਬਣਾ ਲੈਣੇ ABCD ਇੱਕ ਆਪਾਂ ABCD ਜਿਹੜੀ ਸਮਾਨਾਂਤਰ ਚਤੁਰਭੁਜ ਇੱਕ ਬਣਾ ਲਵਾਂਗੇ। तो ये ਅਸੀਂ ਮੰਨ ਲੈਂਦੇ ਕਿ ABCD ਸਾਡੇ ਕੋਲ ਜਿਹੜੀ ਸਮਾਨਾਂਤਰ ਚਤੁਰਭੁਜ ਹੈ ABCD, ਠੀਕ ਹੈ। ਇਹਦੇ ਵਿਕਰਨ ਵੀ ਆਪਾਂ ਬਣਾ ਲੈਂਦੇ ਆ, ਵਿਕਰਨ A ਤੋਂ C ਤੱਕ ਬਣਾਵਾਂਗੇ और B ਤੋਂ D तक, और जे दोनों जिस पॉइंट ते करते ने ਉਹਦਾ ਨਾਮ ਆਪਾਂ O ਰੱਖ ਲੈਂਦੇ, ਠੀਕ ਹੈ। तो ਇਹ ਸਾਡੇ ਕੋਲ ABCD ਸਮਾਨਾਂਤਰ ਚਤੁਰਭੁਜ ਹੈ। ਇਹਨੂੰ ਦੇਖ ਕੇ ਅਸੀਂ ਅੱਗੇ ਜਿਹੜੇ ਸਵਾਲ ਹੈ ਉਹਨਾਂ ਦੇ ਉੱਤਰ ਜਿਹੜੇ ਉਹ ਪੂਰੇ ਕਰਾਂਗੇ। तो पहला सवाल है साडे कोल AD साडे कोल समचतुर्भुज दी समानांतर चतुर्भुज दी ये भुजा है, तो AD दे सामने BC भुजा है, तो AD BC दे समान होएगी, तो AD बराबर साडे कोल BC आ जाएगा। इस तो बाद दूसरा सवाल इहदा है खाली थां जिहड़ी साडे कोल है कि कोण DCB किस दे बराबर होएगा। कोण DCB भाव ये जिहड़ा कोण है आपां गल कीती है कि समानांतर चतुर्भुज दे सन्मुख कोण जिहड़े एक दूजे दे बराबर हुंदे, ठीक है। तो कोण DCB ये समान होएगा DAB दे, कोण DAB, ठीक है। और इस तो बाद तीसरा सवाल OC साडे कोल किस दे बराबर होएगा। OC बराबर होएगा OA दे, क्योंकि असीं गल करके आए हैं कि समानांतर चतुर्भुज दे जिहड़े विकर्ण ने वो एक दूजे नूं समदुभाज करदे ने। O जिहड़ा है ये AC दा भी मध्य बिंदु हुंदा है और बिंदु O BD दा भी मध्य बिंदु हुंदा है, ठीक है। भाव O जिहड़ा है दोनों विकर्णां नूं बराबर हिस्सिਆਂ ਦੇ ਵਿੱਚ ਵੰਡ ਦਿੰਦਾ। तो OC ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਹੋਏਗੀ OA ਦੇ ਸਮਾਨ। ਇਸ ਤੋਂ ਬਾਅਦ ਚੌਥਾ ਸਵਾਲ ਸਾਡੇ ਕੋਲ ਹੈ ਕਿ DAB ਦਾ ਮਾਪ ਕੋਣ DAB प्लस कोण CDA प्लस ਇਹ ਵਾਲਾ ਕੋਣ ਜਿਹੜਾ ਹੈ, ਭਾਵ ਇਹਨਾਂ ਦੋਨਾਂ ਕੋਣਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਕੀ ਹੋਏਗਾ। तो ਸਾਨੂੰ ਆਪਾਂ ਗੱਲ ਕਰਕੇ ਆਏ ਹਾਂ ਹੁਣੇ कि समानांतर चतुर्भुज ਦੇ ਵਿੱਚ ਲਾਗਵੇਂ ਕੋਣ ਜਿਹੜੇ ਇੱਕ ਦੂਜੇ ਦੇ ਸੰਪੂਰਕ ਹੁੰਦੇ ਆ ਤੇ ਇਹਨਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 180 ਡਿਗਰੀ ਹੁੰਦਾ ਹੈ। तो कोण DAB प्लस मेजर ऑफ कोण CDA, कोण DAB प्लस मेजर ऑफ कोण CDA ये ਸਾਡੇ ਕੋਲ ਆ ਜਾਏਗਾ 180 डिग्री, ठीक है। तो ये ਸਾਡੇ ਕੋਲ ਪਹਿਲੇ ਸਵਾਲ ਦਾ ਹੱਲ ਜਿਹੜਾ ਉਹ ਬਣ ਜਾਂਦਾ ਹੈ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ कि हेठा समानांतर चतुर्भुज विच अज्ञात x y z ਦੇ ਮੁੱਲ ਪਤਾ ਕਰੋ। ਸਾਡੇ ਕੋਲ ਚਤੁਰਭੁਜਾਵਾਂ ਜਿਹੜੀਆਂ ਸਮਾਨਾਂਤਰ ਚਤੁਰਭੁਜਾਵਾਂ ਸਾਨੂੰ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚ ਆਪਾਂ x y z ਦੇ ਜਿਹੜੇ ਮੁੱਲ ਹੈ ਉਹ ਪਤਾ ਕਰਨੇ ਆ। ਜਿਵੇਂ ਪਹਿਲੀ ਡਾਇਗਰਾਮ ਤੁਸੀਂ ਦੇਖ ਸਕਦੇ ਹੋ ABCD ਇੱਕ ਸਮਾਨਾਂਤਰ ਚਤੁਰਭੁਜ ਹੈ। ਇਹਦੇ ਵਿੱਚ ਜਿਹੜਾ ਕੋਣ A ਹੈ ਉਹ z ਹੈ ਸਾਡੇ ਕੋਲ, ठीक है। और कोण C जिहड़ा वो x के बराबर दिता है, कोण D का माप y लिखा है, और ये साडे कोल कोण B जिहड़ा है वो 100 डिग्री है। तो असी ये 100 डिग्री नूं इस 100 डिग्री नूं यूज करके असी x y ते z दीयां जिहड़ियां कीमतां ने वो पता करनियां ने, ठीक है। तो आपां लिख सकते हैं समानांतर चतुर्भुज ABCD विच पहला भाग समानांतर चतुर्भुज ABCD विच कोण A Z दे बराबर, कोण B 100 डिग्री, कोण C X ते कोण D Y दे बराबर है, ठीक है। तो ਇਹਦੇ ਵਿੱਚ ਹੁਣ ਸਾਨੂੰ ਇਹ ਪਤਾ ਹੈ ਕਿ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਜਿਹੜੇ ਇੱਕ ਸਮਾਨ ਹੁੰਦੇ, ਇਹਦਾ ਮਤਲਬ ਜਿਹੜਾ y ਹੈ y ਦੀ ਕੀਮਤ ਜਿਹੜੀ ਹੈ ਉਹ 100 ਦੇ ਬਰਾਬਰ ਹੋ ਜਾਏਗੀ, ਠੀਕ ਹੈ। तो ਆਪਾਂ ਇੱਥੇ ਲਿਖਾਂਗੇ y बराबर 100 डिग्री, ठीक है। नाल ਇਹਦਾ ਅਸੀਂ ਕਾਰਨ ਲਿਖਾਂਗੇ ਕਿਉਂ ਇਹ 100 डिग्री ਦੇ ਬਰਾबर है। समानांतर चतुर्भुज ਦੇ सन्मुख कोण, समानांतर चतुर्भुज दे सन्मुख कोण, ठीक है। समानांतर चतुर्भुज दे सन्मुख कोण ਜਿਹੜੇ ਇੱਕ ਦੂਜੇ ਦੇ ਸਮਾਨ ਹੁੰਦੇ, ਇਸ ਕਰਕੇ y ਦੀ ਕੀਮਤ ਸਾਡੇ ਕੋਲ 100 डिग्री ਦੇ ਬਰਾਬਰ ਆ ਜਾਏਗੀ। ਇਸ ਤੋਂ ਬਾਅਦ दूसरा ਅਸੀਂ ਲਿਖਾਂਗੇ कोण x जमा कोण 100 बराबर 180 डिग्री। क्यों
क्योंकि समानांतर चतुर्भुज ਦੇ ਵਿੱਚ ਲਾਗਵੇਂ ਕੋਣ ਜਿਹੜੇ ਆ ਉਹ ਸੰਪੂਰਕ ਕੋਣ ਹੁੰਦੇ, ਉਹਨਾਂ ਦਾ ਜੋੜ ਜਿਹੜਾ ਉਹ 180 ਡਿਗਰੀ ਦੇ ਬਰਾਬਰ ਹੁੰਦਾ ਹੈ। ਠੀਕ, ਸੋ ਕੋਣ x ਜਮਾ 100 ਡਿਗਰੀ ਬਰਾਬਰ 180 ਡਿਗਰੀ। ਔਰ ਇਹਦਾ ਕਾਰਨ ਕੀ ਆਏਗਾ ਸਾਡੇ ਕੋਲ ਇਹ ਕਿ ਸਮਾਨਾਂਤਰ ਚਤੁਰਭੁਜ ਦੇ ਲਾਗਵੇਂ ਕੋਣ। ਜੋ ਵਿਸ਼ੇਸ਼ਤਾਵਾਂ ਅਸੀਂ ਸ਼ੁਰੂਆਤ ਦੇ ਵਿੱਚ ਸਮਾਨਾਂਤਰ ਚਤੁਰਭੁਜ ਦੀਆਂ ਲਿਖੀਆਂ ਸੀ ਉਹ ਸਾਰੀਆਂ ਜ਼ਰੂਰ ਯਾਦ ਹੋਣੀਆਂ ਚਾਹੀਦੀਆਂ ਨੇ। ਇਹ ਸਵਾਲ ਤਾਂ ਹੀ ਹੱਲ ਜਿਹੜੇ ਉਹ ਕੀਤੇ ਜਾ ਸਕਦੇ ਨੇ। ਸਮਾਨਾਂਤਰ ਚਤੁਰਭੁਜ ਦੇ ਲਾਗਵੇਂ ਕੋਣ। ठीक है, तो x की कीमत आप इथों पता कर लांगे। साडे कोल 180 डिग्री 100 डिग्री नूं दूजे पासे जाके माइनस कर दो, तो 180 दे विचों जदों 100 घटावांगे साडे कोल 80 डिग्री आ जाएगा। ठीक है विद्यार्थियों, तो x की कीमत साडे कोल जिहड़ी है वो 80 डिग्री बन जाती है। हुण क्योंकि x की कीमत 80 डिग्री है इस करके इहदे सामने जिहड़ा कोण z है वो भी साडे कोल 80 डिग्री दा होएगा। ठीक है, हुण z बराबर ਇਹ ਵੀ 80 डिग्री। ਇਹਦਾ ਕੀ ਕਾਰਨ ਅਸੀਂ ਲਿਖਾਂਗੇ, ਇਹ ਵੀ ਅਸੀਂ ਲਿਖਾਂਗੇ ਸਨਮੁਖ ਕੋਣ, ਕਿਉਂਕਿ ਸਮਾਨਾਂਤਰ ਚਤੁਰਭੁਜ ਦੀ ਹੀ ਗੱਲ ਹੋ ਰਹੀ ਹੈ ਇਸ ਕਰਕੇ ਆਪਾਂ ਕੱਲਾ ਹੀ ਸਨਮੁਖ ਕੋਣ ਵੀ ਲਿਖ ਸਕਦੇ ਹਾਂ ਜਾਂ ਅਸੀਂ ਸਮਾਨਾਂਤਰ ਚਤੁਰਭੁਜ ਦੇ ਸਨਮੁਖ ਕੋਣ ਲਿਖ ਸਕਦੇ ਹਾਂ। ਠੀਕ ਹੈ ਸਟੂਡੈਂਟਸ, तो ਇਸ ਢੰਗ ਦੇ ਨਾਲ ਅਸੀਂ ਜੋ ਸਾਨੂੰ ਡਾਇਗਰਾਮ ਦਿੱਤੀ ਹੋਈ ਸੀ ਉਹਦੇ 'ਚ ਇੱਕ ਕੋਣ ਸਾਨੂੰ ਪਤਾ ਸੀ 100 ਦੇ ਸਾਹਮਣੇ ਵਾਲਾ ਕੋਣ ਵੀ 100 ਹੋਏਗਾ, ਫਿਰ ਨਾਲ ਵਾਲੇ ਕੋਣ ਦੇ ਨਾਲ ਉਹਦਾ ਜੋੜ ਜਿਹੜਾ 180 ਹੋਏਗਾ। ਉੱਥੋਂ x ਦੀ ਕੀਮਤ ਸਾਡੇ ਕੋਲ 80 ਡਿਗਰੀ ਆ ਗਈ। 80 ਅਗਰ ਇਹ ਹੈ ਤੇ ਇਹਦੇ ਸਾਹਮਣੇ ਵਾਲਾ ਕੋਣ ਸਾਡੇ ਕੋਲ ਉਹ ਵੀ 80 ਡਿਗਰੀ ਦਾ ਬਣ ਜਾਏਗਾ। ਠੀਕ ਹੈ, तो ਇਸ ਢੰਗ ਦੇ ਨਾਲ ਆਪਾਂ ਇਹਨੂੰ ਲਿਖ ਸਕਦੇ ਹਾਂ। ਲਾਸਟ ਦੇ ਵਿੱਚ ਤੁਸੀਂ ਇੱਥੇ ਲਿਖ ਸਕਦੇ ਹੋ ਇਸ ਤਰ੍ਹਾਂ x ਬਰਾਬਰ 80 ਡਿਗਰੀ, z ਬਰਾਬਰ 80 ਡਿਗਰੀ ਤੇ y ਬਰਾਬਰ 100 ਡਿਗਰੀ ਹੈ। ਇਸ ਲਈ x ਬਰਾਬਰ 80 ਡਿਗਰੀ, y ਦਾ ਮਾਪ ਜਿਹੜਾ ਉਹ ਵੀ ਸਾਡੇ ਕੋਲ y ਦਾ ਮਾਪ ਸਾਡੇ ਕੋਲ 100 ਡਿਗਰੀ ਔਰ z ਦਾ ਮਾਪ ਸਾਡੇ ਕੋਲ ਇਹ ਵੀ 80 ਡਿਗਰੀ। ਠੀਕ, ਇਸੇ ਢੰਗ ਦੇ ਨਾਲ ਦੂਸਰਾ ਸਵਾਲ ਵੀ ਕਰ ਸਕਦੇ ਹੋ ਤੁਸੀਂ। ਠੀਕ ਹੈ, ਅਗਰ ਇਹ ਸਾਡੇ ਕੋਲ 50 ਡਿਗਰੀ ਹੈ ਤਾਂ 50 ਦੇ ਸਾਹਮਣੇ ਵਾਲਾ ਕੋਣ ਵੀ ਸਾਡੇ ਕੋਲ ਜਿਹੜਾ 50 ਡਿਗਰੀ ਦਾ ਹੋਏਗਾ। ਇਹਦਾ ਹਿੰਟ ਮੈਂ ਦੇ ਦਿਆਂਗਾ। अगर ਇਹਦਾ ਨਾਮ ਅਸੀਂ ਰੱਖ ਲੈਨੇ ABCD, तो अगर ये कोण ਸਾਡੇ ਕੋਲ 50 डिग्री है तो ਇਹ ਕੋਣ ਵੀ ਸਾਡੇ ਕੋਲ 50 डिग्री ਦਾ ਹੋਏਗਾ। ठीक है, तो ਇਹਨਾਂ ਦੋਨਾਂ ਦਾ ਜੋੜ ਹੈ ਜਿਹੜਾ ਉਹ ਸਾਡੇ ਕੋਲ 180 डिग्री ਬਣ ਜਾਏਗਾ। ਭਾਵ Z ਜਮਾ 50 डिग्री बराबर 180 डिग्री। इथों ਤੁਹਾਡੇ ਕੋਲ Z ਦੀ ਜਿਹੜੀ ਉਹ ਕੀਮਤ ਆ ਜਾਏਗੀ, 50 ਨੂੰ ਮਾਈਨਸ ਕਰੋਗੇ ਉਧਰ ਜਾ ਕੇ 130 डिग्री बन जाएगा। ठीक है, तो दूसरा A ਤੇ B ਕੋਣ ਦਾ ਜਿਹੜਾ ਜੋੜ ਹੈ ਸਾਡੇ ਕੋਲ ਉਹ ਵੀ 180 डिग्री ਬਣੇਗਾ। ਭਾਵ ਕਿ y ਜਮਾ 50 डिग्री ਇਹ ਸਾਡੇ ਕੋਲ 180 डिग्री ਬਣੇਗਾ। ਇੱਥੋਂ ਵੀ ਤੁਸੀਂ ਜਿਹੜੀ y ਦੀ ਕੀਮਤ ਹੈ ਉਹ ਪਤਾ ਕਰ ਸਕਦੇ ਹੋ। y ਤੁਹਾਡੇ ਕੋਲ 130 डिग्री ਆ ਜਾਏਗਾ। ਠੀਕ ਹੈ, ਅਗਰ y 130 डिग्री ਹੈ ਤਾਂ ਉਹਦੇ ਸਾਹਮਣੇ x ਜਿਹੜਾ ਉਹਦਾ ਸਨਮੁਖ ਕੋਣ ਹੈ ਉਹ ਵੀ ਸਾਡੇ ਕੋਲ 130 डिग्री ਦਾ ਹੋ ਜਾਏਗਾ। ਤਾਂ ਇਹ ਤੁਸੀਂ ਆਪਣੇ ਆਪ ਇਹਨੂੰ ਕਰ ਲੈਣਾ। ਵੈਸੇ ਇਹ ਚੀਜ਼ ਮੈਂ ਦੱਸੇ ਦਿੱਤੀ ਹੈ ਵੀ ਕਿਵੇਂ ਇਹਨੂੰ ਆਪਾਂ ਹੱਲ ਕਰਨਾ ਹੈ। ਠੀਕ, ਸੋ ਇਸੇ ਢੰਗ ਦੇ ਨਾਲ ਇੱਕ ਇਹ ਸਾਨੂੰ ਤੀਜਾ ਸਵਾਲ ਫਿਰ ਅਗਲਾ ਦਿੱਤਾ ਹੋਇਆ ਹੈ। ਇਹਦਾ ਅਸੀਂ ਨਾਮ ਪਹਿਲਾਂ ਰੱਖ ਲੈਨੇ A B C ਤੇ D। ਠੀਕ ਹੈ, ਸੋ ਇਸ ਕੁਐਸਚਨ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਜਿਹੜੀ ਪੈਰਲਲੋਗ੍ਰਾਮ ਦਿੱਤੀ ਹੋਈ ਹੈ ਸਮਾਨਾਂਤਰ ਚਤੁਰਭੁਜ। ਇਹਦੇ ਚ AB ਜਿਹੜਾ ਹੈ ਉਹ DC ਦੇ ਸਮਾਨਾਂਤਰ ਹੈ ਔਰ BC ਜੋ ਹੈ ਉਹ ਸਾਡੇ ਕੋਲ AD ਦੇ ਸਮਾਨਾਂਤਰ ਹੈ। ਠੀਕ ਹੈ, तो ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਇਹ ਜਿਹੜੀ ਟ੍ਰਾਇੰਗਲ ਹੈ, ਟ੍ਰਾਇੰਗਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਕੋਣ ਜਿਹੜਾ 90 ਡਿਗਰੀ ਦਾ ਦਿੱਤਾ ਹੋਇਆ ਇਸ ਸਾਈਡ। ਅਗਰ ਇਸ ਸਾਈਡ 90 ਡਿਗਰੀ ਦਾ ਕੋਣ ਹੈ ਤਾਂ ਮਤਲਬ x ਦੀ ਕੀਮਤ ਵੀ ਸਾਡੇ ਕੋਲ 90 ਡਿਗਰੀ ਹੋਏਗੀ। ਇਹਨੂੰ ਅਸੀਂ ਵਰਟੀਕਲੀ ਆਪੋਜ਼ਿਟ ਐਂਗਲ ਬੋਲਦੇ ਹਾਂ, ਸਿਖਰ ਸਨਮੁਖ ਕੋਣ। ਠੀਕ ਹੈ, तो x ਦੀ ਕੀਮਤ ਹੈ ਜਿਹੜੀ ਉਹ ਸਾਡੇ ਕੋਲ 90 ਡਿਗਰੀ ਹੋ ਜਾਏਗੀ ਇਹਦੇ ਵਿੱਚ। ਠੀਕ ਹੈ, ਆਪਾਂ ਇੱਥੇ ਲਿਖ ਦਿੰਦੇ ਹਾਂ x ਬਰਾਬਰ 90 ਡਿਗਰੀ। ਜਿਹੜੇ ਕੋਣ ਹੈ ਸਿਖਰ ਸਨਮੁਖ ਕੋਣ। ਇਸ ਤੋਂ ਬਾਅਦ ਅਗਰ ਇਹ ਸਾਡੇ ਕੋਲ 90 ਡਿਗਰੀ ਹੈ ਤਾਂ ਇਸ ਟ੍ਰਾਇੰਗਲ ਦੇ ਵਿੱਚ ਸਾਡੇ ਕੋਲ ਦੋ ਕੋਣ ਜਿਹੜੇ ਸਾਨੂੰ ਪਤਾ ਲੱਗ ਜਾਂਦੇ ਨੇ, ਇੱਕ 30 ਡਿਗਰੀ ਦੂਸਰਾ 90 ਡਿਗਰੀ ਚ ਤੀਜਾ ਕੋਣ ਅਸੀਂ ਪਤਾ ਕਰ ਸਕਦੇ ਹਾਂ। ਠੀਕ ਹੈ, तो त्रिभुज ਦੇ ਤਿੰਨ ਕੋਣਾਂ ਦਾ ਜੋੜ ਕਿੰਨਾ ਹੁੰਦਾ ਸਾਡੇ ਕੋਲ
बराबर 180 डिग्री। तो ये साडे कोल जिहड़ा एक कोण है 30 डिग्री, दूसरा कोण है साडे कोल 90 डिग्री ते तीसरा कोण है साडे कोल y, ये बनेगा बराबर 180 डिग्री। तो 90 ते 30 साडे कोल कितने हो गए 120 डिग्री जमा y बराबर 180 डिग्री। तो y की जिहड़ी कीमत है वो साडे कोल बन जाती है 180 डिग्री घटाओ 120 डिग्री। 180 चों आपां 120 माइनस करांगे साडे कोल बचेगा 60 डिग्री 60 डिग्री। कहने का भाव है y की जिहड़ी कीमत है वो साडे कोल कितनी हो जाती है 60 डिग्री। अच्छा अगर y की कीमत 60 डिग्री है तो z की कीमत भी साडे कोल 60 हो जाएगी। क्यों? क्योंकि AB ते DC दोनों समान अंतर ने और BD जिहड़ी DB लाइन है ये साडे कोल ट्रांसवर्सल या आपां इहनूं काटवी रेखा मन सकते हैं ते Z ते Y साडे कोल जिहड़े एकांतर खंड विच बने कोण बन जांदे ने। ठीक है, तो Z बराबर Y क्यों? एकांतर खंडां विच बने कोण या असीं इहनूं अल्टरनेट इंटीरियर एंगल्स बोलदे हैं। ठीक है, एकांतर खंडां विच बने कोण। ठीक, पर जिहड़ी y की कीमत है वो साडे कोल कितनी है y बराबर है, पर y की कीमत है साडे कोल 60 डिग्री, इसलिए साडे कोल जिहड़ा z है वो भी की हो जाता है, उसकी कीमत भी साडे कोल 60 डिग्री बन जाती है। ठीक है, तो इस सवाल दे विच x जिहड़ा साडे कोल 90 डिग्री आ गया और y साडे कोल 60 डिग्री ते z भी 60 डिग्री जिहड़ा बन जाता है। इसी तरह चौथा सवाल भी तुसीं हल कर सकते हो ते पंजवां भी ਉਹਨੂੰ कोशिश करनी है हल करने की। कोई चीज़ नहीं पता लगी तो कमेंट बॉक्स ਦੇ ਵਿੱਚ ਤੁਸੀਂ कमेंट करके पूछ सकते हो। तो मैनूं उम्मीद है जो चीज़ां आपां अज इस वीडियो ਦੇ ਵਿੱਚ डिस्कस कीतियां ने वो सारियां ਤੁਹਾਨੂੰ समझ भी आईयां होणगीਆਂ। फिर भी कोई चीज़ अगर नहीं पता लगी तो ਤੁਸੀਂ वीडियो ਨੂੰ रिपीट करके देख सकते हो। ठीक है, लास्ट तक वीडियो ਨੂੰ देखण ਲਈ बहुत धन्यवाद। सो मिलते हैं फिर अगले क्वेश्चंस ਦੇ ਨਾਲ अगले वीडियो ਦੇ ਵਿੱਚ। उदों तक सत श्री अकाल।